ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਅਸ਼ਟਪਦੀਆਂ, ਮਹਲਾ ਪੰਜਵਾਂ। ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ, ਉਰਜ ਰਹਿਓ ਬਿਖਿਆ ਕੈ ਸੰਗਾ। ਮਨਹਿ ਵਿਆਪਤ ਅਨਕ ਤਰੰਗਾ, ਉਰਜ ਰਹਿਓ ਬਿਖਿਆ ਕੈ ਸੰਗਾ। ਮਨਹਿ ਵਿਆਪਤ ਅਨਕ ਤਰੰਗਾ। ਮੇਰੇ ਮਨ ਆਗਮ ਅਗੋਚਰ, ਕਤ ਪਾਈਐ ਪੂਰਨ ਪਰਮੇਸ਼ਰ। ਰਹਾਉ ਮੋਹ ਮਗਨ ਮਹਿ ਰਿਹਾ ਵਿਆਪੇ, ਅਤ ਤ੍ਰਿਸ਼ਨਾ ਕਬਹੂ ਨਹੀਂ ਤ੍ਰਾਪੇ। ਬਸਹਿ ਕ੍ਰੋਧ ਸ਼ਰੀਰ ਚੰਡਾਰਾ, ਅਗਿਆਨ ਨ ਸੂਝੈ ਮਹਾ ਗੁਬਾਰਾ। ਪ੍ਰਮਤ ਵਿਆਪਤ ਜਰੇ ਕੀ ਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ। ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੈ ਫਿਰਤ ਬਿਗਾਨਾ। ਸਗਲ ਬਿਆਧ ਕਹਿ ਵਸ ਕਰ ਦੀਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਕਛੂ ਸਿਆਨਪ ਉਕਤ ਨ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ। ਕਰੋ ਬੇਨਤੀ ਸੰਤਨ ਪਾਸੇ, ਮੇਲ ਲਹਿ ਨਾਨਕ ਅਰਦਾਸੇ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਰਹਿਮਤ। ਸ਼ਾਮ ਸਮੇਂ ਸਤਸੰਗਤ ਮਾਣ ਰਹੇ ਹਾਂ। ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਅਸ਼ਟਪਦੀਆਂ ਦਾ ਸ਼ਬਦ ਵਿਚਾਰ ਵਾਸਤੇ ਪ੍ਰਾਪਤ ਹੈ। ਬਚਨ ਬੀਤੇ ਕੱਲ ਵਿਚਾਰਨਾ ਪ੍ਰਾਰੰਭ ਕੀਤਾ ਸੀ। ਬੜੇ ਸ਼ੁਰੂਆਤੀ ਪੜਾਅ 'ਤੇ ਹਾਂ ਅਜੇ, ਸੋ ਅੱਜ ਟਰਾਈ ਕਰਾਂਗੇ ਜਿੰਨਾ ਹੋ ਸਕਿਆ ਸ਼ਬਦ ਵਿਚਾਰਿਆ ਜਾ ਸਕਿਆ ਵਿਚਾਰਾਂਗੇ, ਜੇ ਹੋ ਸਕਿਆ ਤਾਂ ਪੂਰਾ ਵਿਚਾਰਾਂਗੇ। ਵਿਚਾਰ ਦੀ ਪ੍ਰਾਰੰਭਤਾ ਮੁੱਖ ਸੁਨੇਹੇ ਤੋਂ ਹੀ ਨਜ਼ਰ ਪਾਉਂਦਿਆਂ ਹੋਇਆਂ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰ ਰਹੇ ਨੇ, ਮੇਰੇ ਮਨ ਅਗਮ ਅਗੋਚਰ, ਕਤ ਪਾਈਐ ਪੂਰਨ ਪਰਮੇਸ਼ਰ। ਰਹਾਉ ਮੇਰੇ ਮਨ ਦੀ ਦੁਨੀਆ ਦੀ ਗੱਲ ਹੋ ਰਹੀ ਹੈ। ਤੇ ਬੀਤੇ ਕੱਲ ਵੀ ਬੜੀ ਗਹਿਰੇ ਤਲ 'ਤੇ ਗੱਲ ਹੋ ਰਹੀ ਸੀ ਕਿ ਮਨੁੱਖ ਲਈ ਬਾਹਰਲੀ ਦੁਨੀਆ ਨੂੰ ਸਮਝਣਾ, ਕੁਦਰਤ ਨੂੰ ਸਮਝਣਾ, ਕੁਦਰਤ ਬਣਾਉਣ ਵਾਲੇ ਨੂੰ ਸਮਝਣਾ, ਇਟਸ ਹਾਰਡ ਟਾਸਕ, ਇਟਸ ਨੋਟ ਈਜ਼ੀ ਜੌਬ। ਬਟ ਜੇ ਡੀਪ ਲੈਵਲ 'ਤੇ ਦੇਖਿਆ ਜਾਏ, ਐਂਡ ਵੀ ਆਰ ਨੋਟ ਏਬਲ ਟੂ ਅੰਡਰਸਟੈਂਡ ਆਵਰ ਸੈਲਸ ਪ੍ਰੋਪਰਲੀ ਐਟ ਏ ਫਸਟ ਲੈਵਲ। ਸਾਨੂੰ ਆਪਣੇ ਬਾਰੇ ਨਹੀਂ ਪਤਾ, ਆਪਣੇ ਬਾਰੇ ਨਹੀਂ ਪਤਾ, ਆਪਣੀ ਕੌਨਸ਼ੀਅਸ, ਆਪਣੀ ਚੇਤਨਾ ਬਾਰੇ ਨਹੀਂ ਪਤਾ, ਜਿਹਨੂੰ ਅਸੀਂ ਮਨ ਕਹਿੰਦੇ ਹਾਂ, ਮਾਇੰਡ ਕਹਿੰਦੇ ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਕਿ ਇਸ ਤਨ ਦੇ ਵਿੱਚ ਜਿਹੜੀ ਸ਼ਕਤੀ ਮਨ ਆ, ਜਿਹੜੀ ਚਲਾ ਰਹੀ ਹੈ ਸਭ, ਜਿਹੜਾ ਡਰਾਈਵ ਕਰਦੀ ਹੈ, ਉਹੀ ਅਗਮ ਅਗੋਚਰ ਆ। ਤੇ ਬੰਦਾ ਕਹਿੰਦਾ ਮੈਂ ਰੱਬ ਲੱਭਣਾ, ਮੈਂ ਰੱਬ ਨੂੰ ਫੜਨਾ ਆ। ਗੁਰੂ ਸਾਹਿਬ ਕਹਿੰਦੇ ਪਹਿਲਾਂ ਮਨ 'ਤੇ ਫੜ। ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਤਿਲੰਗ ਰਾਗ ਦੇ, ਜਿੱਥੋਂ ਰਾਗ ਪ੍ਰਾਰੰਭ ਹੁੰਦਾ ਹੈ।
यक अर्ज गुफ्तम पेश तो दरगोश कुन करतार शब्द जिहड़ा आ कुछ गुरु साहब कहते शबरोज गश्तम दर हवा करदेम बदी ख्याल गाहे न नेकी कार करदम मम ईची अहवाल। फारसी है, प्योर फारसी। जे अर्थ भाव करते हैं ये गुरमुखी अखर ने, पर जिहड़ा उचारण असी करके देखा वो सारा परशियन बैकग्राउंड चला जाता है। शबरोज गश्तम, गश्त कहते हैं वॉन्डरिंग। माइंड इज फुल विद वॉन्डरिंग ऑल द टाइम। दैट मशीन वॉन्डर्स। लोग कई बार कहेंगे मेरे च बड़ी जान है, बड़ी ताकत है, आई हैव सो मच एबिलिटी, आई हैव सो मच स्ट्रेंथ। जे इन्नी स्ट्रेंथ है अपने मन को पकड़ के देख, उन्होंने रोक के देख, उन्होंने एक जगह पर बिठा के देख, पता लगेगा ऐसी मिजरेबल मशीन आ, यू डोंट हैव एनी कंट्रोल ऑन इट। गुरु नानक साहब कहते शबरोज गश्तम, हर चढ़ते दिन दे नाल गश्त वध रहा है, यदि वॉन्डरिंग वध रही है, यदि हालात बदल रहे, जो तड़पण वध रही है उस रूप में। फिर चलो ठीक है, थोड़ा बहुता तड़पे, थोड़ा बहुता भटके इधर उधर, भी ठीक है, पर गुरु साहब कहते इस तो अगली अलामत यह है भटक भी रहा तो माड़े पासे। शबरोज गश्तम दर हवा करदेम बदी ख्याल, चंगे ख्याल तो पता नहीं आने कि इन्होंने बद ख्याल आ रहे हैं। बदी मतलब जिहड़ी है बुराई, जिहड़ी है जिहड़ा मैडनेस आ, दैट इज एक्चुअली कमिंग टूवर्ड दिस माइंड। जे सानू पता होए कि ओके दिस इज हैपनिंग इनसाइड अस एंड वी रियली वांट टू कंट्रोल इट एंड देन वी कैन कंट्रोल। बट बाबा जी सेज सानू तो ही नहीं पता मन है की है, यही अगम गोचर, यही बला आ साढ़े ते पकड़ तो परे है। रब जिन्हें पूरी कायनात सिरजी बनाई चलाई चला रहा, वो बारे की पकड़ांगे असी। सिक्खी बहुत बड़े सरल रूप विच, बड़े स्टेट फॉरवर्ड सिंपल वे दे नाल सानू हर तरह की हिपोक्रेसी तो बाहर कढ़दी है। लोगों को फोबिया होया मिल जाएगा तुहानू, मैनू रब दे दर्शन हुंदे ने। यू कैन सी सो मैनी पीपल हू आर सेइंग आई एम वेरी स्पिरिचुअल, और फला बंदा इज वेरी स्पिरिचुअल, ही इज गोइंग देयर, ही हैड सम काइंड ऑफ कनेक्शन डायरेक्टली विद, ही इज वेरी, आजकल लोग ये लफ्ज बड़ा मिस्टिक, इवन दे डोंट नो व्हाट डज मिस्टिक मीन एग्जैक्टली। जेड़ी मिजरी है वो तो काबू नहीं हो रही, वो तो अंदर हालत पतली बनी पई है। गुरु साहब कहते परमेश्वर पूर्ण नूं किवें फड़ेगा? तो हाँ, जे वाकया च कुछ अंदर इच्छा है भगती करन दी, बंदगी करन दी, इबादत करन दी, फिर इस ते काम करिए। गुरु अर्जन साहब उहदी गल करदे ने जिहड़ियां चीज़ां डूएबल ने एंड विच आर essential for us to enjoy our devotional exercises. So Maharaj is saying here, मेरे मन अगम अगोचर कत पाइए पूर्ण परमेश्वर। किवें प्राप्त करांगे उस पूर्ण परमेश्वर? तेरी तो दशा अपनी नहीं ठीक अजे, तू तो आप ही बीमार है, तू तो आप ही अपने आप को नहीं जानता समझदा, तू उस लैवल ते किवें पहुंचेगा? ये रहा उहदा बंद है। जिथे बीते कल विचार छड्डी सो उस अगे तोरते असीं दो बंद विचारे सी कि मोह मगन मैं रहा ब्यापे अतृष्णा कबू नहीं त्रापे। हुण साहब ने अगली गल की, बसें क्रोध शरीर चंडारा, जिन्हों कंपैशन कहा जाता है। कंपैशन इज द रूट एंड द ट्री और प्लांट इज लव। People really want to enjoy love, affection, some kind of connectivity toward their own blood relations, toward their own circles. All these things we really want. But if we don't have roots, then we cannot grow these kind of plants. Compassion. ਜਿਹੜਾ ਇਹ ਕੰਪੈਸ਼ਨ ਹੈ ਨਾ, ਇਹਨੂੰ ਕਰੁਣਾ ਕਿਹਾ ਜਾਂਦਾ, ਤਰਸ, ਕਟਸੀ। ਇਹਦੇ ਲਈ
ਤੈਨੂੰ ਜ਼ਹਿਨੀ ਤੌਰ 'ਤੇ ਆਪਣੇ ਮਨ ਦੇ ਉੱਤੇ ਕੰਟਰੋਲ ਕਰਨਾ ਆਉਣਾ ਜ਼ਰੂਰ ਚਾਹੀਦਾ ਹੈ। ਨਹੀਂ ਤੇ ਮਾੜੇ ਜਿਹੇ ਹਾਲਾਤ ਸੱਜੇ ਖੱਬੇ ਹੁੰਦੇ ਨੇ, ਬੰਦੇ ਦਾ ਅੰਦਰਲਾ ਚੰਡਾਲ ਬਾਹਰ ਆ ਜਾਂਦਾ ਹੈ। ਤੁਸੀਂ ਬਾਕੀ ਤੇ ਛੱਡੋ, ਘਰ 'ਚ ਤੁਹਾਡਾ ਆਪਣਾ ਬੱਚਾ ਹੀ ਆਖੇ ਨਾ ਲੱਗੇ, ਜਿਹਨੂੰ ਮੋਹ ਕਰਦੇ ਹੋ, ਜਿਹਨੂੰ ਪਿਆਰ ਕਰਦੇ ਹੋ, ਜਿਹਦੇ ਬਿਨਾਂ ਇੱਕ ਪਲ ਰਹਿ ਨਹੀਂ ਸਕਦੇ, ਜਿਹਨੂੰ ਇਸ ਤਰੀਕੇ ਨਾਲ ਮਾੜਾ ਜਿਹਾ ਸੱਜੇ ਖੱਬੇ ਬੰਦਾ ਅੰਦਰੋਂ ਬਿਲਕੁਲ ਡਿਫਰੈਂਟ। ਬੱਚਾ ਵੀ ਰਿਅਲਾਈਜ਼ ਨਹੀਂ ਕਰਦਾ ਵੀ ਆਹ ਕੌਣ ਹੈ, ਹੂ ਇਜ਼ ਹਿਟਿੰਗ ਮੀ, ਹੂ ਇਜ਼ ਯੈਲਿੰਗ ਔਨ ਮੀ। ਆਹ ਕੀ ਹੋਇਆ? ਚੰਡਾਲ। ਗੁਰੂ ਸਾਹਿਬ ਬਾਣੀ ਜਦੋਂ ਬਿਆਨ ਕਰਦੇ ਨਾ, ਅੱਜ ਐਂਗਰ ਮੈਨੇਜਮੈਂਟ ਇਜ਼ ਦਾ ਬਿਗੇਸਟ ਇਸ਼ੂ ਫॉर ਟੂਡੇਜ਼ ਸੋਸਾਇਟੀ। ਮਤਲਬ ਤੁਸੀਂ ਜੇ ਰੇਸ਼ੋ ਵੀ ਦੇਖੋਗੇ ਤਾਂ ਪਤਾ ਲੱਗਦਾ ਆ 10 ਵਿੱਚੋਂ 8 ਬੰਦਿਆਂ ਨੂੰ ਇਸ਼ੂ ਆ ਰਿਹਾ। ਮਾੜੀ ਗੱਲ ਦੇ ਉੱਤੇ ਜਿਹੜਾ ਹੈਗਾ ਲੋਕੀ ਆਪੇ ਤੋਂ ਬਾਹਰ ਹੋ ਜਾਂਦੇ ਨੇ। ਮਤਲਬ ਇਸ ਤਰੀਕੇ ਨਾਲ ਸਾਡੇ ਇੱਥੇ ਇਸ ਇੰਨੇ ਬਿਊਟੀਫੁਲ ਕੰਟਰੀ ਤੇ ਇੰਨੇ ਬਿਊਟੀਫੁਲ ਸਿਟੀ ਦੇ ਵਿੱਚ ਕਿੱਦਾਂ ਗੋਲੀ ਚੱਲ ਰਹੀ ਹੈ। ਤੁਸੀਂ ਦੇਖੋ ਪਿੱਛੇ ਜਿਹੜਾ ਹੈਗਾ ਗੈਂਗਵਾਰ ਦਾ ਇਸ਼ੂ ਵੀ ਹੈਗਾ, ਕੁਝ ਡੋਮੈਸਟਿਕ ਇਸ਼ੂਜ਼ ਵੀ ਹੈਗੇ ਨੇ। ਬਟ ਜੇ ਸਾਰੇ ਨੂੰ ਰੂਟ ਕਾਜ਼ ਲੱਭੋਗੇ ਤਾਂ ਰੂਟ ਕਾਜ਼ ਕੀ ਹੈ? ਗੁੱਸਾ, ਚੰਡਾਲ, ਜਿਹੜਾ ਕਹਿੰਦਾ ਵੀ ਜਾਂ ਮੈਂ ਹੈ ਨਹੀਂ ਜਾਂ ਉਹ ਹੈ ਨਹੀਂ, ਬਸ ਆਹ ਰੂਪ ਜਿਹੜਾ ਹੈ। ਸ਼ਲੋਕ ਸਹਿਸਕ੍ਰਿਤੀ 'ਚ ਗੁਰੂ ਅਰਜਨ ਸਾਹਿਬ ਦਾ ਅਸੀਂ ਸ਼ਲੋਕ ਪੜ੍ਹਦੇ ਹਾਂ। ਮਹਾਰਾਜ ਬਿਆਨ ਕਰਦੇ ਨੇ ਕਿ ਹੇ ਕਲ ਮੂਲ ਕ੍ਰੋਧੰ ਕਤੰਚ ਕਰੁਣਾ ਨ ਉਪਰਜਤੇ। ਕਲਹ ਦਾ ਮੂਲ ਕੀ ਹੈ? ਕਲੇਸ਼ ਦਾ ਮੂਲ ਕੀ ਹੈ? ਲੋਕੀ ਕਹਿੰਦੇ ਕਲੇਸ਼ ਦਾ ਮੂਲ ਇਹ ਆ ਵੀ ਕੋਈ ਮਤਲਬ ਪਰਿਵਾਰ ਦੇ 'ਚ ਬੱਚਾ ਆਖੇ ਨਹੀਂ ਲੱਗਦਾ, ਕੋਈ ਕਿਸੇ ਨੇ ਸਾਡੇ ਘਰ ਕੁਛ ਕਰ ਦਿੱਤਾ ਆ, ਸਾਡੇ ਘਰ ਦੇ 'ਚ ਕੋਈ ਗਰੀਬੀ ਹੈ, ਸਾਨੂੰ ਕੋਈ ਹੋਰ ਇਸ਼ੂਜ਼ ਨੇ। ਨਾ, ਕਲੇਸ਼ ਦਾ ਇੱਕੋ ਹੀ ਰੂਟ ਆ, ਹੇ ਕਲ ਮੂਲ ਕ੍ਰੋਧੰ। ਕ੍ਰੋਧ ਹੀ ਅਸਲ ਵਿੱਚ ਕਲੇਸ਼ ਦਾ ਮੂਲ ਹੈ। ਜਿੱਥੇ someone is able to control on her or his feelings, especially toward the anger side, definitely situation will be in control. Love and affection will happen. ਜਿਹੜੀ ਅੰਦਰ ਦੀ ਸਾਂਝ ਆ ਉਹ ਬਣੇਗੀ, ਉਹ ਸਾਂਝਾਂ ਹੋਣਗੀਆਂ, ਉਸਰਨਗੀਆਂ। ਜਿਨ੍ਹਾਂ ਘਰਾਂ 'ਚ ਪਿਆਰ ਆ, ਇਤਫਾਕ ਆ, ਰੱਬ ਉਹਨਾਂ ਘਰਾਂ ਤੋਂ ਦੂਰ ਥੋੜਾ ਆ। ਵੈਸੇ ਤੇ ਨਹੀਂ ਲੱਭਦਾ ਰੱਬ, ਪਰ ਅਸੀਂ ਸਵਈਆਂ 'ਚ ਇਹ ਪੜ੍ਹਦੇ ਹਾਂ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੱਥੇ ਪ੍ਰੇਮ ਆ ਗਿਆ, ਜਿੱਥੇ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਆ ਗਿਆ, ਇੱਕ ਦੂਜੇ ਦੀ ਗੱਲ ਸਮਝਣੀ ਸੁਣਨੀ ਆ ਗਈ, ਇੱਕ ਦੂਜੇ ਨੂੰ ਸਹਿਜਣਾ ਆ ਗਿਆ, ਇੱਕ ਦੂਜੇ ਨੂੰ ਨਾਲ ਲੈ ਕੇ ਤੁਰਨਾ ਆ ਗਿਆ, ਰੱਬ ਆ ਗਿਆ। ਇਹ ਰੂਪ ਜਿਹੜਾ ਆ, ਇਸ ਤੋਂ ਕੌਣ ਤੋੜ ਰਿਹਾ ਹੈ? ਚੰਡਾਲ। ਤੇ ਚੰਡਾਲ ਕੌਣ ਹੈ? ਕ੍ਰੋਧ ਹੈ। ਗੁਰੂ ਸਾਹਿਬ ਕਹਿੰਦੇ ਮਨ ਦੇ ਵਲਵਲਿਆਂ ਨੂੰ ਸਮਝ ਬੰਦੇ। ਅੱਜ ਹੀ ਮੈਂ ਮੈਡੀਕਲ ਸਾਈਡ 'ਤੇ ਕੁਝ ਬੰਦਿਆਂ ਨਾਲ ਗੱਲ ਕਰ ਰਿਹਾ ਸੀ, ਐਂਡ ਦੇ ਵਰ ਟਾਕਿੰਗ ਅਬਾਊਟ ਕ੍ਰੋਧ, ਐਕਚੁਅਲੀ ਐਂਗਰ, ਐਂਡ ਦੇ ਵਰ ਸੇਇੰਗ ਸਾਇੰਟੀਫਿਕ ਸਾਈਡ ਤੋਂ ਵੀ ਆ ਜਾਓ, ਫਿਜ਼ੀਓਲੋਜੀਕਲ ਸਾਈਡਸ ਤੋਂ, ਤਾਂ ਆਪ ਦੇਖੋਗੇ ਗਰਮੀ ਸਾਰੀ ਲਿਵਰ 'ਚ ਹੁੰਦੀ ਹੈ। ਅਤੇ ਜਿਹੜਾ ਸਿਰ ਆ ਇਹ ਉੱਚਾ ਬਣਾਇਆ ਕੁਦਰਤ ਨੇ, ਤਾਂ ਕਿ ਇਹਨੂੰ ਜਿਹੜਾ ਹੈ ਖੂਨ ਘੱਟ ਤੋਂ ਘੱਟ ਮਿਲੇ, ਖੂਨ ਦਾ ਦੌਰਾ ਘੱਟ ਮਿਲੇ। ਪਰ ਜਿਵੇਂ ਹੀ ਗੁੱਸਾ ਬੰਦੇ ਦਾ ਚੜ੍ਹਦਾ ਆ ਤੇ ਕਹਿੰਦੇ ਨੇ ਬਲੱਡ ਦਾ ਸਾਰਾ ਫਲੋ ਸਿਰ ਨੂੰ ਜਾਂਦਾ ਆ, ਬੰਦੇ ਦਾ ਸਿਰ ਜਿਹੜਾ ਫਟਣ ਨੂੰ ਫਿਰਦਾ ਇਸ ਤਰੀਕੇ ਦੇ ਨਾਲ। ਵੀ ਹੁਣ ਜਿਹੜੀ ਹੈ ਇਸ ਤਰੀਕੇ ਨਾਲ ਲੋਕਾਂ ਨੂੰ ਸਟ੍ਰੋਕ ਹੋ ਜਾਂਦੀ ਹੈ, ਲੋਕਾਂ ਨੂੰ ਕਈ ਵਾਰੀ ਕਈ ਲੈਵਲ 'ਤੇ ਪੀਪਲ ਗੈਟ ਫੇਂਟ। ਇਸ ਲੈਵਲ 'ਤੇ ਇੱਕਦਮ ਜਿਹੜੀ ਬਾਤ ਆ ਗਈ। ਸੋ ਇਹ ਕ੍ਰੋਧਾ ਬਿਰਤੀ, ਚੰਡਾਲ ਬਿਰਤੀ ਹੈ। ਅਤੇ ਚੰਡਾਲ ਬਿਰਤੀ ਜਿਹੜੀ ਉਹ ਕਿਸੇ ਨੂੰ ਵੀ ਮਾਰੇਗੀ, ਆਪ ਨੂੰ ਵੀ ਮਾਰੇਗੀ। ਮਹਾਰਾਜ ਬਿਆਨ ਕਰਦੇ ਬਸੈ ਕ੍ਰੋਧ ਸਰੀਰ ਚੰਡਾਰਾ। ਇਸ ਸਰੀਰ ਦੇ ਵਿੱਚ, ਗੱਲ ਸਰੀਰ ਦੀ ਹੋ ਰਹੀ ਪਰ ਮਨ ਹੀ ਚਲਾ ਰਿਹਾ ਨਾ, ਸਰੀਰ ਤਾਂ ਆਪਣੇ ਆਪ ਵਿੱਚ ਕੁਛ ਨਹੀਂ ਕਹਿ ਰਿਹਾ। ਆਈ ਵਾਜ਼ ਰੀਡਿੰਗ ਸਮਥਿੰਗ ਅਬਾਊਟ ਐਕਚੁਅਲੀ ਡੈਥ। ਪਤਾ ਲੱਗਾ ਕਿ ਡੈਥ ਤੋਂ ਬਾਅਦ ਜਿਹੜੀ ਬਾਡੀ ਹੈ ਬਿਲਕੁਲ ਰਿਲੈਕਸ ਹੋ ਜਾਂਦੀ ਹੈ, ਬਟ ਅੰਟਿਲ ਡੈਥ ਹੈਪਨਸ ਬਾਡੀ ਇਜ਼ ਟੋਟਲੀ ਟੈਂਸ। ਵਾਈ ਬਾਡੀ ਇਜ਼ ਸੋ ਮਚ ਐਕਚੁਅਲੀ ਟੈਂਸ? ਕਿਉਂਕਿ ਕਹਿੰਦੇ ਮਨ ਇਹਨੂੰ ਟੈਨਸ਼ਨ ਵਿੱਚ ਰੱਖਦਾ ਆ, ਇਹਨੂੰ ਰਿਲੈਕਸ ਨਹੀਂ ਹੋਣ ਦਿੰਦਾ। ਜਿੰਨੀਆਂ ਐਕਸਰਸਾਈਜ਼ਸ ਨੇ, ਮੈਡੀਟੇਸ਼ਨ ਆ, ਸਭ ਇਹ ਰਿਲੈਕਸੇਸ਼ਨ ਵਾਸਤੇ ਨੇ, ਪਰ ਫਿਰ ਵੀ ਕਈ ਵਾਰ ਨਹੀਂ ਵਾਪਰਦਾ, ਕਿਉਂਕਿ ਜਿਹੜਾ ਮਨ ਟੈਂਸ ਆ ਉਹ ਉਸ ਤੋਂ ਬਾਹਰ ਆਉਣ ਹੀ ਨਹੀਂ ਦਿੰਦਾ। ਜਿੱਥੇ ਬੰਦੇ ਦੇ ਅੰਦਰ ਹਰ ਵਕਤ ਅੰਦਰ ਜਿਹੜਾ ਖੂਨ ਚੱਲ ਰਿਹਾ, ਕਰੁੱਝ ਰਿਹਾ,
ਈਵਨ ਛੋਟੀ ਬਿਲ ਬੜੀ ਜਿਹੜੀ ਹੈਗੀ ਪ੍ਰਾਇਮਰੀ ਏਜ ਵਿੱਚ ਦੇਖੋ ਬੱਚਿਆਂ ਨੂੰ, ਤੁਸੀਂ ਦੇਖਿਆ ਹੋਏਗਾ ਬੱਚੇ ਦੰਦ ਪੀਂਦੇ ਨੇ, ਜਿਹਦੇ ਬਾਰੇ ਬਹੁਤ ਸਾਰੀ ਮੈਂਟਲ ਹੈਲਥ ਦੀ ਸਟੱਡੀਜ਼ ਵੀ ਨੇ, ਬੜਾ ਕੁਛ ਆ ਗਿਆ। ਐਕਚੁਅਲ ਲੈਵਲ ਤੇ ਅੰਦਰ ਦੀ ਫਰਸਟ੍ਰੇਸ਼ਨ ਤੇ ਗੁੱਸਾ ਆ। ਹੁਣ ਉਹ ਬੱਚਾ ਦਿਨੇ ਤੇ ਚਲੋ ਜੇ ਲੜਦਾ ਹੈ, ਰਾਤ ਨੂੰ ਵੀ ਲੜ ਰਿਹਾ, ਉਹ ਹੋਰ ਕੁਛ ਨਹੀਂ, ਦੰਦਾਂ ਦੀ ਚੱਕੀ ਚਲਾਈ ਜਾ ਰਿਹਾ ਬਸ। ਇਸ ਰੂਪ ਦੇ ਵਿੱਚ ਰਿਲੈਕਸੇਸ਼ਨ ਕਿੱਥੇ ਆਏਗੀ? ਇਹ ਚੰਡਾਲ ਆ, ਇਸ ਚੰਡਾਲ ਬਿਰਤੀ ਦੇ ਵਿੱਚੋਂ ਨਿਕਲਣਾ, ਹਾਂ ਨਿਕਲਿਆ ਜਾ ਸਕਦਾ, ਬੱਚਾ ਵੀ ਨਿਕਲ ਸਕਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜਾ ਹਾਊਸ ਐਨਵਾਇਰਨਮੈਂਟ ਆ ਉਹ ਸਭ ਤੋਂ ਵੱਧ ਰੋਲ ਪਲੇ ਕਰਦਾ ਇਹਦੇ 'ਚ। ਜਿਸ ਘਰ ਦੇ ਵਿੱਚ ਮਤਲਬ ਬਾਟਮ ਤੋਂ ਲੈ ਕੇ ਤੇ ਟੌਪ ਤੱਕ ਜਸਟ we can see the waves of anger, then what else are you expecting? ਇਹ ਸਨੇਹਤਾ, ਖਲੂਸ, ਮੁਹੱਬਤ, ਨੇਹ, ਇਹ ਸਾਰੇ ਚੋਂ ਨਿਕਲਦਾ ਆ। ਬੇਨਤੀ ਕੀਤੀ ਸੀਗੀ ਕਿ root is compassion, and if we really want to cultivate those roots properly or take care of those roots, we need so many things, such as forgiveness, such as remorsefulness, such as humbleness। ਆ ਚੀਜ਼ਾਂ ਹਰ ਬੰਦਾ ਤੇ, ਕਿਉਂਕਿ ਪੂਰਨ ਤੇ ਪਰਮੇਸ਼ਰ ਇਹ ਸ਼ਬਦ ਵੀ ਕਹਿ ਰਿਹਾ, ਗਲਤੀ ਤੇ ਹੋਏਗੀ, ਰਿਅਲਾਈਜ਼ ਕਰੋ, ਰਿਮੋਰਸਫੁਲ ਹੋਵੋਗੇ। ਆਲੇ ਦੁਆਲੇ ਹੋਏਗੀ, ਉਹਦੇ ਵਾਸਤੇ ਫੋਰਗਿਵਨੈਸ ਲੈ ਕੇ ਆਓਗੇ। ਜੇ ਕਿਤੇ ਲੋੜ ਪੈ ਰਹੀ ਕਿਸੇ ਦੀ, ਕਿਸੇ ਨੂੰ ਤੁਹਾਡੀ, ਹੰਬਲਨੈਸ, ਹਲੀਮੀ ਲੈ ਕੇ ਆਓਗੇ ਵਿੱਚ। ਦੋਜ਼ ਥਿੰਗਸ ਕੈਨ ਵਰਕ ਓਵਰ ਦੇਅਰ। ਮਹਾਰਾਜ ਜੀ ਸਿੰਘ ਬਸੈ ਕ੍ਰੋਧ ਸਰੀਰ ਚੰਡਾਰਾ, ਤੇ ਹੁੰਦਾ ਕੀ ਅਗਿਆਨ ਨਾ ਸੂਝੈ ਮਹਾ ਗੁਬਾਰਾ। ਅਗਿਆਨ ਨਾ ਸੂਝੈ, ਗੁਬਾਰ ਦੀ ਹਾਲਤ, ਜਿਹੜੇ ਲੋਕ ਦੀ ਮਿਡਲ ਈਸਟ 'ਚ ਰਹੇ ਹੋਣ ਜਾਂ ਜਿਨ੍ਹਾਂ ਨੇ ਰੇਤਲਾ ਇਲਾਕਾ ਦੇਖਿਆ ਹੋਏ, ਹਨੇਰਾ ਕਈ ਤਰ੍ਹਾਂ ਦਾ ਹੈ। ਜਿਵੇਂ ਭਾਈ ਗੁਰਦਾਸ ਜੀ ਇੱਕ ਜਗ੍ਹਾ ਜ਼ਿਕਰ ਕਰਦੇ ਨਾ, ਗੁਰੂ ਨਾਨਕ ਸਾਹਿਬ ਦੇ ਆਮਦ ਦੇ ਉੱਤੇ ਵੀ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਮਿੱਟੀ ਧੁੰਦ ਚਿੱਟੇ ਰੰਗ ਦਾ ਹਨੇਰਾ, ਕਾਲਾ ਨਹੀਂ ਗਾ। ਗੁਰੂ ਨਾਨਕ ਸਾਹਿਬ ਜਦੋਂ ਆਮਦ ਲੈਂਦੇ ਨੇ, ਧਰਮ ਵੀ ਹੈ, ਧਰਮ ਦੇ ਆਗੂ ਵੀ ਨੇ, ਸਭ ਕੁਛ ਹੈ, ਪਰ ਫਿਰ ਲੋਕੀ ਭਟਕ ਰਹੇ ਨੇ। ਕਿਉਂ? ਕਿਉਂਕਿ ਉਹ ਸਾਰਾ ਜਿਹੜਾ ਧਰਮ ਆ ਉਹਨੇ ਧੁੰਦ ਫੈਲਾਈ ਪਈ ਹੈ। ਬਾਬਾ ਨਾਨਕ ਸੂਰਜ ਦੀ ਵਿੱਤ ਚਮਕਦਾ ਆ, ਸਾਰੀ ਧੁੰਦ ਚੱਕ ਦਿੰਦਾ, ਸਾਫ਼ ਸੱਚਿਆਰ ਲੋਕਾਂ ਨੂੰ ਬਣਾਉਂਦਾ ਉਸ ਰੂਪ ਦੇ ਵਿੱਚ। ਆਹ ਚੀਜ਼ ਆਉਂਦੀ ਹੈ। ਜਾਂ ਬਾਬਾ ਕਬੀਰ ਜੀ ਦਾ ਸ਼ਬਦ ਪੜ੍ਹਦੇ ਹਨ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ, ਦੁੱਚ ਤੇ ਕੀ ਦੋਏ ਥੂਨ ਗਿਰਾਨੀ ਮੋਹ ਬਰੇਡਾ ਫੂਟਾ ਵਾਲਾ ਸ਼ਬਦ ਪੜ੍ਹਦੇ ਆ। ਉਹ ਕਹਿੰਦੇ ਆਂਧੀ ਪਛ ਹੈ ਜੋ ਜਲ ਬਰਖ ਹੈ। ਜਦੋਂ ਹਨੇਰਾ, ਮਤਲਬ ਇੱਕ ਹਨੇਰੀ ਚੱਲੀ ਬੜੀ ਵੱਡੀ, ਤੇ ਉਸ ਹਨੇਰੀ ਨੇ ਇੱਕ ਹਨੇਰਾ ਕ੍ਰੀਏਟ ਕਰਤਾ, ਇੱਕ ਪੂਰਾ ਦਾ ਪੂਰਾ ਜਿਹੜਾ ਹੈਗਾ ਗੁਬਾਰ ਚੜ੍ਹ ਗਿਆ ਉਸ ਰੂਪ ਦੇ ਵਿੱਚ। ਹੁਣ ਉਸ ਗੁਬਾਰ ਦੇ ਵਿੱਚੋਂ ਕੁਛ ਵੀ ਨਹੀਂ ਦਿਸ ਰਿਹਾ। ਜਦੋਂ ਧੂੜ ਚੜ੍ਹਦੀ ਅਸਮਾਨ ਦੇ ਉੱਤੇ, ਰੇਤਾ ਉੱਡਦਾ ਆ, ਬੰਦਾ ਤਾਂ ਅੱਖਾਂ ਹੀ ਨਹੀਂ ਖੋਲ੍ਹ ਸਕਦਾ, ਦਿਸੇਗਾ ਕੀ? ਇਹੋ ਜਿਹੀ ਹਾਲਤ ਆ। ਤੁਸੀਂ ਕ੍ਰੋਧਾ ਬਿਰਤੀ 'ਚ ਸੜ ਰਹੇ ਬੰਦੇ ਨੂੰ, ਉਹਨੂੰ ਕੋਈ ਗਿਆਨ ਦੀ, ਕੋਈ ਸਮਝ ਦੀ ਕੋਈ ਗੱਲ ਸਮਝਾਓ, ਉਹਨੂੰ ਕਿੱਥੇ ਸਮਝ ਆਉਂਦੀ? ਅੱਖਾਂ ਹੀ ਨਹੀਂ ਖੁੱਲ੍ਹਦੀਆਂ, ਉਹਨੂੰ ਪਤਾ ਹੀ ਨਹੀਂ ਲੱਗਦਾ ਵਟ ਆਰ ਦੇ ਟਾਕਿੰਗ। ਉਹ ਤਾਂ ਇੱਕੋ ਚੀਜ਼ ਦੇ ਵਿੱਚ ਚੱਲਿਆ ਜਾ ਰਿਹਾ, ਇੱਕੋ ਚੀਜ਼ ਦੇ ਚੱਲਿਆ ਜਾ ਰਿਹਾ ਹੈਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ 2 ਪਠਾਨ ਬੱਚੇ ਆਉਂਦੇ ਨੇ, ਨਾਂਦੇੜ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜ਼ਖਮੀ ਕੀਤਾ ਸੀ। ਮਹਾਰਾਜ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠ ਜਾਂਦੇ ਨੇ ਇਸ ਤਰੀਕੇ ਨਾਲ। ਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ, ਸਨੇਹ ਕਰਦਾ ਹੈ, ਉਹਨਾਂ 'ਚ ਬਦਲਾ ਚੱਲਦਾ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਨੂੰ ਉਹਨਾਂ ਦੇ ਦਾਦੇ ਦੀ ਕਹਾਣੀ ਸੁਣਾਉਂਦੇ ਨੇ, ਜਿਹੜਾ ਅਸੀਂ ਪ੍ਰਸੰਗ ਪੜ੍ਹਦੇ ਹੈਗੇ ਆ, ਪੈਂਦੇ ਖਾਂ ਵਾਲਾ, ਉਹਦਾ ਪੋਤਰਾ ਸੀਗਾ ਉਹ। ਹੁਣ ਉਹ ਕੀ ਹੈ? ਗੁਰੂ ਸਾਹਿਬ ਬਿਆਨ ਕਰਦੇ ਉਹਨੂੰ, ਪਰ ਉਹ ਕਾਰਨ ਇਹ ਹੈ, ਉਹਦੇ ਅੰਦਰ ਸਾਰਾ ਗੁਬਾਰ ਚੜ੍ਹ ਗਿਆ। ਉਹ ਗੁਬਾਰ ਹੋਣ ਦੇ ਬਾਵਜੂਦ ਉਹਨੂੰ ਅਹਿਸਾਸ ਨਹੀਂ ਆ ਰਿਹਾ ਗੁਰੂ ਮੈਨੂੰ ਕੀ ਸਮਝਾ ਰਿਹਾ। ਉਹ ਲੁਕਵੀਂ ਰਾਤ ਦੀ ਗੁਰੂ ਸਾਹਿਬ ਨੂੰ ਆ ਕੇ ਵਾਰ ਕਰ ਦਿੰਦਾ। ਚੰਡਾਲ ਬਿਰਤੀ ਅਸਲ ਦੇ 'ਚ ਬੰਦਾ ਜਦੋਂ ਬਹੁਤ ਜ਼ਿਆਦਾ ਇਸ ਲੈਵਲ ਤੇ ਆ ਜਾਏ, ਉਹ ਨਾ ਆਪਣਾ ਨਾ ਕਿਸੇ ਦਾ ਕੋਈ ਭਲਾ ਹੀ ਨਹੀਂ ਕਰ ਸਕਦਾ। ਸਭ ਜ਼ਿਕਰ ਕੀਤਾ, ਅਗਿਆਨ ਨਾ ਸੂਝੈ ਮਹਾ ਗੁਬਾਰਾ।
ਇਹ ਮਨ ਦੀ ਹਾਲਤ ਆ। ਜੇ ਮਨ ਇਹਨਾਂ ਹਾਲਾਤਾਂ 'ਚ ਤੁਰਿਆ ਫਿਰਦਾ ਆ, ਰੱਬ ਤੇ ਬੜੀ ਦੂਰ ਦੀ ਕੌੜੀ ਆ। ਅਜੇ ਆਪਣੇ ਆਪ ਤੇ ਕੰਮ ਕਰ। ਅਗਲਾ ਬਚਨ ਲੈ ਲਈਏ, ਪ੍ਰਮਤ ਵਿਆਪਤ ਜਰੇ ਕਿਵਾਰਾ। ਗੁਰੂ ਸਾਹਿਬ ਦੀ ਮੈਟਾਫੋਰ ਵੀ ਕਮਾਲ ਕਰ ਦਿੰਦੇ ਨੇ। ਪਰਮ ਵਿਆਪਤ ਜਰੇ ਕਿਵਾਰਾ। ਜਰੇ ਜੜੇ ਹੋਏ, ਮਤਲਬ ਕਿਸੇ ਚੀਜ਼ ਨੂੰ ਫਿਕਸ ਕਰਨਾ, ਕਿਤੇ ਜਿਹੜਾ ਹੈਗਾ ਉਹਨੂੰ ਉਸ ਤਰੀਕੇ ਦੇ ਨਾਲ ਲਗਾ ਦੇਣਾ, ਉਹਨੂੰ ਅਸੈਂਬਲ ਕਰ ਦੇਣਾ, ਜੜਨਾ। ਕਿਵਾਰਾ ਡੋਰਸ, ਦੀਵਾਰ। ਤੇ ਕਿਹੜੇ ਡੋਰ ਨੇ? ਸਭ ਕਹਿੰਦੇ ਭ੍ਰਮਤ ਵਿਆਪਤ, ਭਟਕਣਾ ਤੇ ਮਾਇਆਵੀ ਬਿਰਤੀ ਦੇ ਅੰਦਰ ਰਹਿਣਾ। ਇਹ ਦੋ ਚੀਜ਼ਾਂ ਜਿਹੜੀਆਂ ਨੇ, ਇਹ ਸਾਡੇ ਇਸ ਤਰੀਕੇ ਨਾਲ ਦੀਵਾਰਾਂ, ਦੋ ਦਰਵਾਜ਼ੇ ਲੱਗੇ ਨੇ। ਜਿੰਨੀ ਦੇਰ ਤੱਕ ਇਹ ਦਰਵਾਜ਼ੇ ਪੱਕੇ ਨੇ, ਕਿਉਂਕਿ ਮਨ, ਜਿਵੇਂ ਮੈਂ ਪਹਿਲਾਂ ਹੀ ਬਾਤ ਪ੍ਰਾਰੰਭ ਕੀਤੀ ਸੀ ਕਿ ਵਾਂਡਰ ਕਰ ਰਿਹਾ ਹਰ ਵਕਤ। ਜਿਵੇਂ ਗੁਰੂ ਸਾਹਿਬ ਦੇ ਬਚਨ ਪੜ੍ਹੀਏ ਨਾ, ਮਹਾਰਾਜ ਜ਼ਿਕਰ ਕਰਦੇ, ਜਤ ਪਹਾਰਾ ਤੀਰਥ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਅਹਰਨ ਮਤ, ਅਹਰਨ ਐਨਵਿਲ, ਦ ਪੀਸ ਆਫ ਆਇਰਨ। ਜਦੋਂ ਸਮਿਥ ਕੰਮ ਕਰਦਾ ਆ, ਆਇਰਨ ਸਮਿਥ ਖਾਸ ਕਰਕੇ, ਤੇ ਉਸ ਨੂੰ ਕੀ ਕਰਦਾ, ਉਹਦੇ ਉੱਤੇ ਆਇਰਨ ਦੇ ਉੱਤੇ ਰੱਖ ਕੇ ਉਹ ਚੀਜ਼ਾਂ ਨੂੰ ਘੜਦਾ ਹੈ। ਜੇ ਆਇਰਨ ਦੇ ਪੀਸ ਦੇ ਵਿੱਚ ਥੋੜਾ ਜਿਹਾ ਵੀ ਵਾਇਆ ਹੋਏ, ਉਹਦਾ ਜਿਹੜਾ ਹੈ ਉਹ ਸਟੇਬਲ ਨਾ ਹੋਏ, ਲੂਜ਼ ਹੋਏ, ਇੱਧਰ ਉੱਧਰ ਹਿਲਦੀ ਰਹੇ, ਉਹਦੇ ਨਾਲ ਉਸ ਸਮਿਥ ਨੂੰ ਸੱਟ ਵੀ ਲੱਗ ਸਕਦੀ, ਮਿਸਤਰੀ ਨੂੰ, ਤੇ ਉਹਦੇ ਤੇ ਚੀਜ਼ ਵੀ ਨਹੀਂ ਬਣੇਗੀ। ਜਿਹੜੀ ਸਾਡੀ ਮਨ ਦੀ ਦਸ਼ਾ ਆ, ਇਹ ਬੜੀ ਬੁਰੀ ਤਰ੍ਹਾਂ ਭਟਕ ਰਹੀ ਹੈ। ਤੇ ਭਟਕਣ ਵਾਲੀ ਹਾਲਤ ਦੇ ਵਿੱਚ ਬੰਦਾ ਇਸ ਤਰ੍ਹਾਂ ਆ, ਗੁਰਦੁਆਰੇ ਵੀ ਆ ਜਾਂਦਾ ਆ, ਮੱਥਾ ਵੀ ਟੇਕ ਲੈਂਦਾ ਆ, ਸ਼ਰਾਬ ਵੀ ਪੀ ਲੈਂਦਾ ਆ, ਬੰਦਾ ਪਾਠ ਵੀ ਕਰ ਲੈਂਦਾ ਆ, ਘਰ ਲੜ ਵੀ ਲੈਂਦਾ ਆ, ਮਤਲਬ ਇਹ ਸਭ ਇਕੱਠੇ ਚੱਲੀ ਜਾ ਰਿਹਾ, ਭਟਕਣਾ ਹੀ ਹੈ ਸਾਰੀ। ਫਿਰ ਇੱਕ ਲੈਵਲ ਤੇ ਬੰਦੇ ਨੂੰ ਲੱਗਦਾ ਵੀ ਪਾਠ ਇਜ਼ ਨੋਟ ਪ੍ਰੋਡਿਊਸਿੰਗ ਐਨੀ ਰਿਜ਼ਲਟ। ਆਈ ਹੈਵ ਸੀਨ ਦੈਟ। ਭਈ ਗੱਲ ਇਹ ਹੈ, ਜਿਹੜੀ ਅਹਰਨ ਆ ਉਹ ਸੋਲਿਡ ਟਿਕੇਗੀ, ਫਿਰ ਕੁਝ ਬਣਾਏਗੀ। ਜਿੰਨੀ ਦੇਰ ਤੱਕ ਤੂੰ ਮਨ ਨੂੰ ਕਿਸੇ ਸਕੂਲ ਆਫ ਥਾਟ ਦੇ ਉੱਤੇ ਪੂਰੀ ਤਰ੍ਹਾਂ ਉਸ ਸਟੇਬਲ ਲੈਵਲ ਤੇ ਨਹੀਂ ਲੈ ਕੇ ਆ ਸਕਦਾ, ਕੁਛ ਨਹੀਂ ਹੋਏਗਾ। ਇਹ ਦਰਵਾਜ਼ੇ ਨਹੀਂ ਖੁੱਲਣਗੇ। ਅਸੀਂ ਐਫਰਟ ਹੀ ਨਹੀਂ ਪਾ ਰਹੇ, ਪੂਰੀ ਯਤਨ ਹੀ ਨਹੀਂ ਕਰ ਰਹੇ, ਮਨ ਦੀ ਦਸ਼ਾ ਹੀ ਨਹੀਂ ਸੁਧਾਰ ਰਹੇ। ਜਦੋਂ ਦਰਵਾਜ਼ਾ ਹੀ ਨਹੀਂ ਖੁੱਲ ਰਿਹਾ, ਤੇ ਜਦੋਂ ਉਸ ਲੈਵਲ ਤੇ ਫਿਰ ਉਹ ਡੋਰਵੇ ਨਾ ਖੁੱਲਣ ਕਰਕੇ ਨਾ ਸੁੱਖ, ਨਾ ਸ਼ਾਂਤੀ, ਨਾ ਚੜ੍ਹਦੀ ਕਲਾ। ਹਾਂ, ਲਫ਼ਜ਼ ਜ਼ਰੂਰ ਹੈਗੇ ਨੇ। ਪੀਪਲ ਕੈਨ ਸੇ yeah, peace is happening, I'm very calm, I'm very happy, I'm glad that I have job, I have family, all that, but inside the whole time misery is happening. That's it, just madness, nothing else. ਮਾੜੀ ਜਿਹੀ ਸਿਚੁਏਸ਼ਨ ਤੋਂ ਟੈਸਟ ਕਰਦੀ ਹੈ, ਬੰਦਾ ਆਪੇ ਤੋਂ ਬਾਹਰ ਆ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਜਿਹੜੇ ਦਰਵਾਜ਼ੇ ਦੋ ਲੱਗੇ ਨੇ, ਪੱਟ ਲੱਗੇ ਨੇ ਦੋ, ਜਿਹੜੇ ਇੱਥੇ ਬਚਨ ਹੈ, ਪ੍ਰਮਤ ਵਿਆਪਤ ਜਰੇ ਕਿਵਾਰਾ, ਜਾਣ ਨਾ ਪਾਈਏ ਪ੍ਰਭ ਦਰਬਾਰਾ। ਤੇ ਪ੍ਰਭੂ ਦੂਰ ਵੀ ਨਹੀਂ, ਮਨ ਨਹੀਂ ਦਿਸ ਰਿਹਾ, ਪ੍ਰਭੂ ਕਿੱਥੇ ਦਿਸੇਗਾ? ਪਰ ਸਾਹਿਬ ਕਹਿੰਦੇ ਦੂਰ ਨਹੀਂਗਾ। ਸਾਡੇ ਤੇ ਘਰ ਦੇ ਵਿੱਚ ਦਰਬਾਰ ਸਾਹਿਬ ਬਣਾਇਆ, ਜਿਹਨੂੰ ਅਸੀਂ ਸਤਿਕਾਰ ਨਾਲ ਹਰਮੰਦਰ ਸਾਹਿਬ ਕਹਿੰਦੇ ਆ। ਤੇ ਹਰਮੰਦਰ ਸਾਹਿਬ ਦੇ ਕਦੇ ਤੁਸੀਂ ਦਰਵਾਜ਼ੇ ਦੇਖਿਆ ਜੇ, ਅੰਦਰ ਨੂੰ ਖੋਲ੍ਹਦੇ ਨੇ ਇਸ ਤਰੀਕੇ ਨਾਲ, ਬਾਹਰ ਨਹੀਂ। ਐਕਚੁਅਲੀ ਹਰ ਚੀਜ਼ ਸਿੰਬੋਲਿਕ ਆ, ਉਹਦੀ ਸਿਗਨੀਫਿਕੇਸ਼ਨ ਹੈ। ਬਾਹਰੋਂ ਕਿਸੇ ਨੇ ਨਹੀਂ ਸਾਨੂੰ ਰੋਕਿਆ, ਨਾ ਪ੍ਰਭੂ ਤੋਂ ਮਿਲਣ ਤੋਂ, ਨਾ ਸੁੱਖ ਨੂੰ, ਨਾ ਸ਼ਾਂਤੀ ਨੂੰ, ਨਾ ਚੜ੍ਹਦੀ ਕਲਾ ਨੂੰ। ਅੰਦਰ ਹੀ ਦਰਵਾਜ਼ੇ ਬੰਦ ਨੇ, ਅੰਦਰੋਂ ਹੀ ਖੋਲ੍ਹਣੇ ਨੇ, ਅੰਦਰ ਨਹੀਂ ਖੋਲ੍ਹਣੇ ਨੇ। ਅਸੀਂ ਆਪਣੇ ਆਪ ਤੇ ਕੰਮ ਕਰਨਾ ਆ, ਬਾਹਰ ਕੋਈ ਚੀਜ਼ ਨਾ। ਤੁਹਾਨੂੰ ਕੋਈ ਅਸੀਂ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ ਕਿ ਨੋ, ਜਿਹੜੇ ਐਕਸਟਰਨਲ ਸਿਚੁਏਸ਼ਨਸ ਨੇ, ਦੇ ਆਰ giving trouble us, they are actually creating turbulence for us. No, actually it's internal our state of mind which is producing whole result and whole behavior. ਜਿਉ ਉਸ ਲੈਵਲ ਤੇ ਸਟੇਬਲ ਹੈਗਾ, ਉਹ ਚੀਜ਼ਾਂ ਹੈਗੀਆਂ ਨੇ। ਤੇ ਬਾਹਰ ਦੀ ਦੁਨੀਆ ਜਿਹੜੀ ਹੈ, ਇਹ ਤੁਹਾਨੂੰ ਅਪੋਰਚੁਨਿਟੀ ਪ੍ਰੋਵਾਈਡ ਕਰ ਰਹੀ ਹੈ, ਇਹ ਤੁਹਾਨੂੰ ਮੌਕੇ ਦੇ ਰਹੀ ਹੈ ਵੱਖਰੇ ਵੱਖਰੇ ਕਿਸਮ ਦੇ। ਤੇ ਕੁਛ ਨਾ ਕੁਛ ਕਰਨਾ ਹੀ ਹੈ। ਅਸੀਂ ਜਸਟ ਇੱਕ ਮਿੱਟੀ ਇਵੋਲਵ ਹੋ ਕੇ ਸਰੀਰ ਬਣ ਗਿਆ, ਫੈਮਿਲੀ ਦੇ ਨਾਲ ਸਾਡੀ ਐਸੋਸੀਏਸ਼ਨ ਹੈ, ਇੱਥੇ ਸੁਸਾਇਟੀ 'ਚ ਰਹਿ ਰਹੇ ਹਾਂ ਅਸੀਂ। ਤੇ ਇਹਦੇ ਅੰਦਰ ਜਿੰਨੀ ਦੇਰ ਤੱਕ ਇਹ ਮਿੱਟੀ ਨੈਚੁਰਲ ਤੌਰ ਤੇ ਮੂਵ ਕਰ ਰਹੀ ਹੈ, ਇਹਦੇ 'ਚ ਮੂਵਮੈਂਟ ਹੈਗੀ ਹੈ, ਉਨੀ ਦੇਰ ਤੱਕ ਆਪਾਂ ਕੰਟਰੀਬਿਊਟ ਕਰਨਾ। ਦੈਟ ਇਜ਼ ਆਵਰ ਜੌਬ ਐਜ਼ ਏ ਹਿਊਮਨ ਬੀਇੰਗ।
ਜਿਹਨੂੰ ਸਾਹਿਬ ਨੇ ਕਿਹਾ ਨਾ ਵੀ ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਬੰਦਾ ਲੜੀ ਜਾਂਦਾ ਨਾ ਵੀ ਇਹ ਜਿਹੜਾ ਹੈਗਾ। ਤੁਸੀਂ ਅੱਜ ਦੇਖੋ ਸਭ ਤੋਂ ਵੱਡਾ ਜਿਹੜਾ ਵਪਾਰ ਹੈ ਧਰਤੀ ਦੇ ਉੱਤੇ ਉਹ ਹੈਗਾ ਵੈਪਨ ਸੈਲਿੰਗ ਦਾ। ਮਤਲਬ ਲੋਕੀ ਭੁੱਖੇ ਮਰ ਰਹੇ ਨੇ। ਸਾਡੇ ਆਪਣੇ ਖਿੱਤੇ ਦਾ ਹਾਲ ਵੇਖੋ, ਉੱਥੇ ਦੁਨੀਆ ਦੇ ਸਭ ਤੋਂ ਮਹਿੰਗੇ ਜਹਾਜ਼ ਖਰੀਦਣੇ ਨੇ ਜੀ। ਹਕੀਕੀ ਰੂਪ ਦੇ ਵਿੱਚ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਕੀ ਹਾਲਤ ਆ। ਪੀਣ ਲਈ ਪਾਣੀ ਨਹੀਂ, ਖਾਣ ਲਈ ਰੋਟੀ ਨਹੀਂ, ਰਹਿਣ ਲਈ ਮਕਾਨ ਨਹੀਂ, ਹੈਲਥ ਕੇਅਰ ਇਹ ਕੀ ਹੁੰਦੀ ਹੈ? ਇੱਕ ਏਡਾ ਵੱਡਾ ਬਿਜ਼ਨਸ ਜਨਰੇਟ ਕੀਤਾ ਗਿਆ ਹੈਲਥ ਕੇਅਰ ਦੇ ਨਾਂ ਦੇ ਉੱਤੇ, ਜਿਹੜਾ ਪ੍ਰਾਈਵੇਟ ਉਹ ਸਾਰੇ ਦਾ ਸਾਰਾ ਕਰਕੇ। ਤੇ ਲੋਕ ਕੀੜਿਆਂ ਮਕੌੜਿਆਂ ਵਾਂਗੂ। ਤੇ ਇਹ ਕੀ ਸਮਝਦੇ ਕਿ ਹਿਊਮਨ ਰਾਈਟਸ ਐਕਟੀਵਿਸਟ ਨੂੰ ਤੇ ਇਹਨਾਂ ਲੋਕਾਂ ਨੂੰ ਤੇ ਆ ਜਿਹੜੇ ਨੇਸ਼ਨਸ ਆ ਬੈਠੇ ਇਹਨਾਂ ਨੂੰ ਪਤਾ ਨਹੀਂਗਾ, ਸਭ ਪਤਾ ਆ। ਪਰ ਵੈਪਨ ਜਿਹੜੀ ਹੈਗੀ ਉਹ ਵੱਡੇ ਤੋਂ ਮਹਿੰਗੇ ਲੈਵਲ ਤੇ ਉਹਦਾ ਇੱਕ ਲੀਡ ਜਿਹੜਾ ਬੈਨੀਫਿਸ਼ੀਅਰ ਹੈ। ਹੁਣ ਉਹ ਜਿਹੜੀ ਚੀਜ਼ ਸਾਰੀ ਸੀ ਵੇਖ ਕੇ ਤੇ ਸੋਚਦੇ ਵੀ ਇਹ ਕੀ ਹੋ ਰਿਹਾ ਸਭ ਚੀਜ਼ਾਂ ਦੇ ਵਿੱਚ। ਹਕੀਕਤ ਇਹ ਹੈ ਬੰਦਾ ਜਾਂ ਬੰਦੇ ਦੀ ਜਿਹੜੀ ਦੁਨੀਆ ਆ ਉਹ ਤੇ ਬਿਲਕੁਲ ਗਵਾ ਦਿੱਤੀ ਹੈ, ਉਹ ਤੇ ਕਿਤੇ ਹੋਰ ਹੀ ਸਟਕ ਹੋ ਗਿਆ ਆ। ਉਹਨੂੰ ਤੇ ਇੱਕ ਅਜੀਬ ਇੱਕ ਨੇਸ਼ਨਹੁੱਡ ਦਾ ਬੁਖਾਰ ਚੜਾ ਦਿੱਤਾ। ਖਾਣ ਨੂੰ ਰੋਟੀ ਨਹੀਂ, ਪਾਣ ਨੂੰ ਕੱਪੜਾ ਨਹੀਂ, ਰਹਿਣ ਨੂੰ ਉਹਦੇ ਉਸਤੇ ਹੈ ਨਹੀਂ, ਪਰ ਇੱਕ ਅਜੀਬ ਕਿਸਮ ਦੀ ਹਾਲਤ ਬਣਾਤੀ। ਹੁਣ ਹਾਲਤ ਕੀ ਹੈ? ਹਮਰੀ ਭੂਮ ਕੌਣ ਘਾਲੈ ਪੈਰ, 50 ਇੰਚ ਜ਼ਮੀਨ ਇੱਧਰ ਹੈ ਤੇ ਇੱਧਰ ਹੈ, ਤੇ ਇਸ ਤਰੀਕੇ ਨਾਲ ਬਸ ਇੱਧਰ ਕੋਈ ਪੈਰ ਰੱਖ ਕੇ ਵਿਖਾਏ, ਇਸ ਤਰ੍ਹਾਂ ਵਿਖਾਏ। ਬੰਦੇ ਮਰ ਰਹੇ, ਸਭ ਚੀਜ਼ਾਂ ਹੋ ਰਹੀਆਂ। ਉਹ ਬੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਤਰਵਰ ਪੰਖ ਬਸੇਰਾ। ਇੱਕ 4 ਦਿਨ ਦਾ ਮਹਿਮਾਨ ਇੱਥੇ ਰਹਿ ਜਾਣਾ, ਤੁਰ ਜਾਣਾ। ਇੱਥੇ ਪਤਾ ਨਹੀਂ ਕਿੰਨੇ ਰਹਿ ਕੇ ਤੁਰ ਗਏ ਤੇ ਕਿੰਨਿਆਂ ਨੇ ਆਉਣਾ ਇੱਥੇ। ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ ਆ, ਜਿੱਥੇ ਅੱਜ ਅਸੀਂ ਬੈਠੇ ਹਾਂ ਪਤਾ ਨਹੀਂ ਕਿੰਨੇ ਬਹਿ ਕੇ ਤੁਰ ਗਏ ਨੇ। ਹੁਣ ਜਿਹੜੀ ਸਮਝ ਆ ਜਾਏ ਅੰਦਰ ਉਸ ਲੈਵਲ ਤੇ ਫਿਰ ਇਹ ਜਿਹੜੀ ਸੰਸਾਰ ਦੇ ਪ੍ਰਤੀ ਪਕੜ ਆ, ਫਿਰ ਬੰਦਾ ਕੰਟਰੀਬਿਊਟਰ ਬਣੇਗਾ। ਕੰਟਰੀਬਿਊਟਰ ਕਾਹਦਾ ਬਣੇਗਾ? ਚੰਗਿਆਈ ਦਾ, ਅੱਛਾਈ ਦਾ, ਸਹੀ ਦਾ, ਗਲਤ ਦਾ ਭਾਗੀਦਾਰ ਨਹੀਂ ਬਣਨਾ। ਇਹੀ ਮਨੁੱਖ ਦਾ ਸੁਧਾਰ ਆ। ਗੁਰੂ ਬਾਬਾ ਜੀ ਨੇ ਜਿਹੜੇ ਸਿਸਟਮ ਨੂੰ ਮਤਲਬ ਤਬਦੀਲ ਕੀਤਾ, ਜਿਹਨੂੰ ਅਸੀਂ ਸਿਸਟੈਮਿਕਲ ਚੇਂਜ ਕਹਿੰਦੇ ਅੱਜ ਕਹਿੰਦੇ ਸਿਸਟੈਮਿਕਲ ਰੇਸ਼ਿਜ਼ਮ ਦੀ ਗੱਲ ਹੋ ਰਹੀ ਹੈ। ਵਟ ਇਜ਼ ਐਕਚੁਅਲੀ ਯੂ ਕੈਨ ਸੇ ਕਾਈਂਡ ਆਫ what is the replacement of systemical racism? Systemical change, systemical tolerance, systemical ਇੱਕ ਪੂਰੇ ਦਾ ਪੂਰਾ ਜਿਹੜਾ ਹੈਗਾ ਉਹਦੇ 'ਚ ਇਕੁਐਲਿਟੀ ਦੀ ਗੱਲ ਕੀਤੀ ਜਾਏ। ਸਿਸਟਮ ਬਦਲੋ। ਗੁਰੂ ਬਾਬਾ ਜੀ ਸਿਸਟਮ ਬਦਲਦੇ ਨੇ। ਇੱਕ ਸਿਸਟਮ ਜਗ੍ਹਾ ਦੂਸਰਾ ਸਿਸਟਮ ਅਡਾਪਟ ਕਰਦੇ, ਉਸ ਸਿਸਟਮ ਦੇ ਨਾਲ ਸਮਾਜ ਵਿੱਚ ਫਿਰ ਭਲਾ ਹੁੰਦਾ, ਸਭ ਦਾ ਹੀ ਭਲਾ ਹੁੰਦਾ ਉਸ ਰੂਪ ਦੇ ਅੰਦਰ। ਹੁਣ ਜਿਹੜੀ ਗੱਲ ਹੋ ਰਹੀ ਹੈ ਸਾਰੇ ਦੇ ਵਿੱਚ, ਇਹਦੇ 'ਚ ਇਹ ਹੈ ਕਿ ਮਹਾਰਾਜ ਬਿਆਨ ਕਰਦੇ ਬੰਦੇ ਨੂੰ, ਅੰਦਰ ਦੀ ਦੁਨੀਆ ਨੂੰ ਤਬਦੀਲ ਕੀਤਾ ਜਾਏ। ਬੰਦਾ ਕੰਟਰੀਬਿਊਟਰ ਬਣੇ ਚੰਗੇ ਵਾਸਤੇ, ਭਲਾਈ ਵਾਸਤੇ, ਜਿੱਥੇ ਵੀ ਹੈ। 4 ਦਿਨਾਂ ਦਾ ਜੀਵਨ ਆ, ਅੱਛਾਈ ਕਰਾਂ, ਸ਼ੁਭ ਕਰਾਂ, ਗੁਣ ਵੰਡਾਂ, ਮਨੁੱਖਤਾ ਦੇ ਕਲਿਆਣ ਹਿੱਤ ਇਸ ਕਿਸਮ ਦੇ ਕਾਰਜ ਕਰਾਂ। ਸਭ ਜ਼ਿਕਰ ਕਰਦੇ ਇੱਥੋਂ ਵੀ ਤੁਸੀਂ ਪ੍ਰਭੂ ਦੇ ਦਰਬਾਰ ਤੱਕ ਪਹੁੰਚੋਗੇ। ਅਲਟੀਮੇਟਲੀ ਜਿੰਨੀ ਦੇਰ ਤੱਕ ਜੀਵਨ ਜਿਹੜਾ ਹੈਗਾ ਹੌਲੀ ਹੌਲੀ ਕੰਟਰੀਬਿਊਟ ਕਰਦਾ ਇੱਕ ਲੈਵਲ ਤੇ ਆਏਗਾ, ਇੰਝ ਲੱਗੇਗਾ ਮੇਰੇ ਤੋਂ ਉਹਦੇ 'ਚ ਫਰਕ ਹੀ ਕੋਈ ਨਹੀਂ ਹੈਗਾ। ਇੱਥੇ ਜਾ ਕੇ ਫਿਰ ਭਗਤਾਂ ਦੇ ਤੁਸੀਂ ਸ਼ਬਦ ਪੜ੍ਹਦੇ ਹੋ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਰੱਬ ਹੀ ਤੇ ਹੈ, ਲੱਭਣਾ ਕਿੱਥੇ, ਭਟਕਣਾ ਕਿੱਥੇ ਹੈ? ਉਹ ਦਰਵਾਜ਼ੇ ਖੁੱਲ੍ਹ ਗਏ ਅੰਦਰ। ਗੁਰੂ ਸਾਹਿਬ ਕਹਿੰਦੇ ਜਿੰਨੀ ਦੇਰ ਤੱਕ ਉਹ ਦਰਵਾਜ਼ੇ ਲੱਗੇ ਨੇ, ਭ੍ਰਮਤ ਵਿਆਪਤ ਜਰੇ ਕਿਵਾਰਾ, ਜਾਣ ਨਾ ਪਾਈਏ ਪ੍ਰਭ ਦਰਬਾਰਾ, ਆਸਾ ਅੰਦੇਸਾ ਬੰਦ ਪੁਰਾਣਾ। ਤੇ ਬੰਦੇ ਦੀਆਂ ਲੱਤਾਂ ਮਤਲਬ ਮੈਟਾਫੋਰ ਹੈ, ਇਸ ਤਰ੍ਹਾਂ ਕਹਿ ਲਓ ਕਿ ਆਸਾ ਤੇ ਮਨਸਾ 2 ਪੱਥਰਾਂ ਨਾਲ ਵੱਜੀਆਂ ਨੇ। ਬੰਦਾ ਸਪੋਜ਼ 2020 ਚੜ੍ਹਿਆ ਸੀਗਾ ਜਨਵਰੀ ਦੇ ਵਿੱਚ, ਚਾਈਨਾ ਤੋਂ ਨਿਊਜ਼ ਆ ਰਹੀਆਂ ਸੀ ਕਿ ਸਮ ਕਾਈਂਡ ਆਫ pneumonia is happening over here, people are not able to take actually breath properly, and that's why due to breathing issues people are dying। ਇਸ ਕਿਸਮ ਦੀਆਂ ਗੱਲਾਂ ਆ ਰਹੀਆਂ ਸੀਗੀਆਂ। ਫਰਵਰੀ ਆਉਂਦਿਆਂ ਕੁਝ ਗੱਲ ਆਈ, ਮਾਰਚ ਤੱਕ ਪਤਾ ਲੱਗਾ ਕਿ ਨੋ ਸਿਚੁਏਸ਼ਨ ਇਜ਼ ਆਊਟ ਆਫ ਕੰਟਰੋਲ। ਸੋ ਐਪੀਡੈਮਿਕ ਤੋਂ ਪੈਂਡੈਮਿਕ ਜਿਹੜੀ ਹੈਗੀ ਹੈ WHO ਨੇ ਉਸ ਰੂਪ 'ਚ ਕਰਤੀ। ਉਹ ਮਾਰਚ ਤੋਂ ਚੱਲੇ ਸਤੰਬਰ ਆ ਗਿਆ ਤੇ ਇੰਝ ਲੱਗਦਾ ਜਿਵੇਂ 2020 ਤੇ ਹੈਪਨ ਹੀ ਨਹੀਂ ਹੋਇਆ। ਇਟਸ ਓਵਰ। ਹੁਣ ਇਹ ਇਸ ਤਰੀਕ ਸਮਾਂ ਤਾਂ ਲੰਘੀ ਜਾ ਰਿਹਾ, ਜੀਵਨ ਜਿਹੜਾ ਹੈ ਇਸ ਰੂਪ ਦੇ 'ਚ, ਤੇ ਬੰਦਾ ਉਮੀਦਾਂ ਆਸਾਂ ਲਾ ਕੇ ਬੈਠਾ ਹੈ ਕਿ ਨਾ ਬਸ
2 ਸਾਲ ਹੋਰ ਲਾ ਲਈਏ, 2 ਸਾਲਾਂ ਦੇ ਵਿੱਚ ਇੰਨਾ ਕੁ ਹੋਰ ਸਰਮਾਇਆ ਜੋੜ ਲਈਏ, ਆਹ ਡਿਊਟੀ ਨਿਭਾ ਲਈਏ, ਇਸ ਤਰ੍ਹਾਂ ਕਰ ਲਈਏ, ਇਸ ਤਰ੍ਹਾਂ ਕਰ ਲਈਏ। ਉਹ ਨਾ ਪੱਥਰ ਲੱਤਾਂ ਨਾਲੋਂ ਟੁੱਟਦੇ ਨੇ, ਨਾ ਬੰਦਾ ਉਸ ਲੈਵਲ 'ਤੇ ਫ੍ਰੀ ਹੁੰਦਾ ਆ, ਨਾ ਉਹ ਫ੍ਰੀ ਵੇ ਦੇ ਨਾਲ ਉਸ ਤਰੀਕੇ ਨਾਲ ਆਪਣੇ ਆਪ ਦੇ 'ਚ ਜਿਹੜਾ ਹੈਗਾ ਸੋਚ ਪਾਉਂਦਾ ਆ। ਇੱਕ ਅਜੀਬ ਤਰ੍ਹਾਂ ਦੀ ਆਸਾ ਅੰਦੇਸਾ ਦੀ ਜਿਹੜੀ ਸਲੇਵਰੀ ਹੈ, ਉਹਦਾ ਭਾਗੀ ਬਣਿਆ ਤੁਰਿਆ ਲਿਖਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਆਸਾ ਅੰਦੇਸਾ ਬੰਦ ਪੁਰਾਣਾ, ਮਹਿਲ ਨਾ ਪਾਵੇ ਫਿਰਤ ਬੇਗਾਨਾ। ਮਹਿਲ ਨਾ ਪਾਵੇ, ਮਹਿਲ ਸੁੱਖ ਦਾ ਪ੍ਰਤੀਕ ਹੈ, ਸਿੰਬਲ ਆ। ਬੰਦਾ ਕਹਿੰਦਾ ਜੇ ਤੇ ਦੁਖੀ ਆ ਪਰ ਸੁਖੀ ਹੋ ਜਾਵਾਂ ਹੁੰਦੇ ਸਮੇਂ 'ਚ। ਭਾਈ ਸੁੱਖ ਦੇ ਮਹਿਲ ਜਾਣ ਲਈ ਰੋਕ ਕੌਣ ਰਿਹਾ ਤੈਨੂੰ? ਅੱਜ ਹੀ ਇਸੇ ਕਰਕੇ ਜਿਵੇਂ ਭਗਤ ਫਰੀਦ ਜੀ ਦਾ ਸ਼ਬਦ ਪੜ੍ਹਦੇ ਆ ਨਾ, ਜਿਹੜੀ ਟੋਟਲ ਇਸਲਾਮਿਕ ਆਈਡੀਓਲੋਜੀ ਹੈ ਉਹ ਇੱਥੇ ਖੜੀ ਹੈ ਕਿ ਆ ਪੂਰੀ ਜ਼ਿੰਦਗੀ ਜਿਹੜੀ ਹੈ ਨਮਾਜ਼ਾਂ ਕਰਦਿਆਂ, ਜ਼ਕਾਤਾਂ ਦਿੰਦਿਆਂ, ਹਜ ਕਰਦਿਆਂ ਬਤੀਤ ਕਰਨੀ ਹੈ। ਫਿਰ ਇੱਕ ਸਰਟਨ ਇੱਕ ਤਰੀਕੇ ਦੇ ਨਾਲ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਕੁਝ ਰਸਮੋ ਰਵਾਇਤਾਂ ਕਰਨੀਆਂ ਨੇ, ਦਫਨਾਣਾ ਆ, ਸਭ ਕਰਨਾ ਆ। ਫਿਰ ਮੁਰਦੇ ਨੇ ਕਬਰ ਵਿੱਚ ਬੈਠੇ ਨੇ ਉਡੀਕਣਾ ਆ। ਉਡੀਕਣਾ ਕਿਸ ਵਾਸਤੇ ਹੈ? ਡੇ ਆਫ ਜਜਮੈਂਟ, ਕਿਆਮਤ। ਫਿਰ ਕਿਆਮਤ ਆਏਗੀ, ਮੁਰਦੇ ਫਿਰ ਕਬਰ ਵਿੱਚੋਂ ਉੱਠਣਗੇ। ਜਦੋਂ ਉੱਠਣਗੇ, ਜਿਨ੍ਹਾਂ ਦਾ ਵਿਸ਼ਵਾਸ ਪੈਗੰਬਰ ਤੇ ਹੈ, ਪੈਗੰਬਰ ਉਹਨਾਂ ਦੀ ਗਵਾਹੀ ਭਰੇਗਾ, ਉਹ ਫਿਰ ਜੰਨਤ ਨੂੰ ਜਾਣਗੇ। ਜਿਨ੍ਹਾਂ ਦਾ ਨਹੀਂ ਹੋਏਗਾ ਉਹ ਜਹੰਨਮ ਨੂੰ ਜਾਣਗੇ। ਇਹੀ ਹੈ ਨਾ, ਮਤਲਬ ਇੱਕ ਲੰਮਾ ਪ੍ਰੋਸੈਸ ਆ ਉਸ ਰੱਬ ਤੱਕ ਪਹੁੰਚਣ ਦਾ, ਰੱਬ ਨੂੰ ਲੱਭਣ ਦਾ, ਰੱਬ ਦੇ ਨਾਲ ਸਾਂਝ ਪਾਉਣ ਦਾ। ਐਂਡ ਪੀਪਲ ਫੋਲੋ ਇਟ ਵਿਦ ਫੁੱਲ ਡੈਡੀਕੇਸ਼ਨ, ਵਿਦ ਫੁੱਲ ਉਸ ਰੂਪ ਦੇ ਵਿੱਚ। ਭਗਤ ਫਰੀਦ ਜੀ ਸਾਡੇ ਘਰ ਬੈਠੇ ਨਮਾਜ਼ੀ ਨੇ। ਜਦੋਂ ਉਹਨਾਂ ਨੂੰ ਪੁੱਛਿਆ ਜੇ ਭਗਤ ਫਰੀਦ ਜੀ ਕੀ ਵਾਕਿਆ 'ਚ ਇਹ ਗੱਲ ਆ, ਐਵੇਂ ਖੁਦਾ ਨੂੰ ਮਿਲਿਆ ਜਾਏਗਾ, ਪੂਰਨ ਪਰਮੇਸ਼ਰ ਨੂੰ? ਤੇ ਉਹਨਾਂ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ। ਉਹ ਕਹਿੰਦੇ ਅੱਜ ਹੀ ਮਿਲਾਪ ਹੈ, ਹੁਣੇ ਇਸੇ ਸਮੇਂ, ਦੇਰ ਹੈ ਹੀ ਨਹੀਂ। there is no need to wait at all। ਇਸ ਪੂਰੇ ਜੀਵਨ ਵਿੱਚ ਜਾਂ ਇਸ ਤੋਂ ਬਾਅਦ, ਮਰਨ ਤੋਂ ਬਾਅਦ ਕਬਰਾਂ ਵਿੱਚ ਕਿਸੇ, no, just right now at present, ਆਜ ਮਿਲਾਵਾ ਸ਼ੇਖ ਫਰੀਦ। ਅੱਜ ਹੀ ਮਿਲਾਪ ਹੈ। ਪਰ ਬਾਬਾ ਫਰੀਦ ਜੀ ਮਿਲਾਪ ਕਿਉਂ ਨਹੀਂ ਹੁੰਦਾ? ਜੇ ਹੁਣੀ ਪੋਸੀਬਲ ਆ ਤੇ ਫਿਰ ਤੇ ਮਿਲਾਓ ਨਾ, ਫਿਰ ਤੇ ਹੁਣੀ ਬਾਤ ਬਣ ਜਾਓ। ਕਹਿੰਦੇ ਮਿਲੇਗਾ ਤਾਂ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ। ਟਾਕਿਮ ਕੂੰਜੜੀਆਂ, ਕੂੰਜਾਂ ਨੂੰ ਕਿਹਾ ਜਾਂਦਾ ਜਿਵੇਂ ਗੀਜ਼ ਹੈਗੀਆਂ ਨੇ, ਜਿਹੜੀਆਂ ਹਮੇਸ਼ਾ ਆਪਣੇ ਵਤਨ ਤੋਂ ਦੂਰ ਰਹਿੰਦੀਆਂ ਨੇ। ਇੱਕ ਖਾਸ ਕਿਸਮ ਦੇ ਬਰਡਸ ਨੇ ਜਿਹੜੇ ਏਸ਼ੀਆ ਦੇ ਮੈਦਾਨਾਂ ਦੇ ਖੁਰਾਕ ਚੁਗਣ ਲਈ ਆਉਂਦੇ ਨੇ ਤੇ ਅੰਟਾਰਕਟਿਕਾ 'ਚ ਰਹਿੰਦੇ ਨੇ, ਉੱਥੋਂ ਉੱਡਦੇ ਨੇ ਤੇ ਆਲ ਦਾ ਵੇ ਏਸ਼ੀਆ ਦੇ ਵਿੱਚ ਜਿਹੜਾ ਹੈਗਾ ਟਰੈਵਲ ਕਰਦੇ ਨੇ। ਹੁਣ ਉਹ ਜਿਹੜੀਆਂ ਕੂੰਜਾਂ ਨੇ ਉਹ ਤੇ ਸਫ਼ਰ ਤੇ ਦੂਰ ਨਿਕਲ ਗਈਆਂ ਨੇ, ਮੈਟਾਫੋਰ ਆ। ਹੁਣ ਇਹ ਕੂੰਜਾਂ ਦੀ ਕਿਹੜੀ ਗੱਲ ਕੀਤੀ ਜਾ ਰਹੀ ਹੈ? ਅੱਖਾਂ, ਕੰਨ, ਨੱਕ, ਮੂੰਹ, ਇਹ ਸਾਰਾ ਜਿਹੜਾ ਆ। ਆਪ ਦੇਖੋਗੇ, ਮੈਂ ਬੀਤੇ ਇਸੇ ਹਾਜ਼ਰੀ 'ਚ ਇਸੇ ਹਫ਼ਤੇ ਦੀ ਗੱਲ ਕਰ ਰਿਹਾ ਸੀ ਕੰਸਨਟ੍ਰੇਸ਼ਨ ਦੇ ਉੱਤੇ। ਲੋਕ ਕਹਿ ਰਹੇ ਨੇ ਕਿ ਸਾਡੇ 'ਚ ਨਾ ਐਬਿਲਿਟੀ ਘੱਟ ਗਈ ਕੰਸਨਟਰੇਟ ਕਰਨ ਦੀ। ਮੈਂ ਵਰਲਡ ਰਿਨਾਊਂਡ ਇੱਕ ਨਿਊਰੋ ਸਾਈਟ ਤੋਂ ਇੱਕ ਬੜੇ ਹਿਊਮਨ ਸਾਈਕੀ 'ਤੇ ਕੰਮ ਕਰਨ ਵਾਲੇ ਐਕਸਪਰਟ ਨੂੰ ਸੁਣ ਤੇ ਪੜ੍ਹ ਰਿਹਾ ਸੀਗਾ, ਤੇ ਉਹ ਇਹ ਕਹਿ ਰਿਹਾ ਹੈ, ਕਹਿੰਦਾ ਸਾਡਾ ਡਾਟਾ ਇਹ ਕਹਿੰਦਾ ਹੈ ਕਿ ਸਾਡਾ ਜਿਹੜਾ ਫਿਜ਼ੀਕਲ ਐਬਿਲਿਟੀ, ਸਾਡੀ ਨਿਊਰੋ ਐਬਿਲਿਟੀ ਹੈ, ਇਹ ਬਲਕਿ ਵਧੀਆ ਹੋ ਗਈ ਹੈ। ਇਹਦੇ 'ਚ ਜ਼ਿਆਦਾ ਐਬਿਲਿਟੀ ਹੈ ਕੰਸਨਟਰੇਟ ਕਰਨ ਦੀ ਪਿਛਲੀਆਂ ਜਨਰੇਸ਼ਨਸ ਨਾਲੋਂ। ਅਸੀਂ ਕਹਿੰਦੇ ਨਹੀਂ, ਨੋ, that's not true ਹੈਗਾ ਕਿ ਹੁਣ ਜਿੰਨੀ ਬੁਰੀ ਹਾਲਤ ਆ, ਸਾਡੇ ਤੇ ਬੱਚੇ ਹੋਮਵਰਕ ਹੀ ਨਹੀਂ ਕਰ ਪਾਉਂਦੇ। ਸਾਡੇ ਤੇ ਹਾਲਤ ਇਹ ਆ ਸਕੂਲਾਂ ਦੇ 'ਚ, ਮੈਂਟਲ ਹੈਲਥ ਦੀ ਸਟੇਜ ਦੇਖੋ ਕੀ ਬਣੀ ਪਈ ਹੈ। ਬੱਚਿਆਂ ਦੀ ਤਾਂ ਐਨਗਜ਼ਾਇਟੀ ਕਾਬੂ 'ਚ ਨਹੀਂ ਆ ਰਹੀ। ਇਹ ਸਾਰੀਆਂ ਚੀਜ਼ਾਂ, ਉਹ ਕਹਿੰਦਾ ਐਕਚੁਅਲੀ ਇਹ ਬ੍ਰੇਨ ਜਾਂ ਮਾਈਂਡ ਦਾ ਇਸ਼ੂ ਨਹੀਂ ਹੈਗਾ, এনवायरमेंट ਦਾ ਇਸ਼ੂ ਹੈ। ਤੇ এনवायरमेंट ਦੇ ਵਿੱਚ ਕੀ ਹੈ? ਇਤਨੀ ਜ਼ਿਆਦਾ ਡਿਸਟਰੈਕਸ਼ਨ ਕ੍ਰੀਏਟ ਕਰ ਲਈ ਹੈ। ਅੱਖਾਂ ਦੀ ਹਾਲਤ ਇਹ ਹੈ ਕਿ ਬੰਦਾ ਬਸ ਇੱਕ ਸਕਰੀਨ ਫੜੀ ਹੈ ਤੇ ਉਹ ਸਕਰੀਨ ਦੇ ਜ਼ਰੀਏ ਇੰਨਾ ਦੂਰ ਚਲਾ ਗਿਆ ਮਾਈਂਡ ਲੈਵਲ ਤੇ ਕਿ ਉਹਦੇ 'ਚ ਹੀ ਗਵਾਚਾ ਪਿਆ। ਉਹਨੂੰ ਇਹ ਨਹੀਂ ਪਤਾ ਮੇਰਾ ਫੂਡ ਪਿਆ ਟੇਬਲ ਤੇ ਖਾਣ ਵਾਸਤੇ, ਮੇਰਾ ਬੱਚਾ ਰੋ ਰਿਹਾ ਕੋਲ, ਮੇਰਾ ਕੋਈ ਅਪੁਆਇੰਟਮੈਂਟ ਆ, ਮੇਰੀ ਕੋਈ ਫੈਮਿਲੀ ਦਾ ਮੇਰਾ ਜਿਹੜਾ ਹੈਗਾ ਹੋਮ ਚੋਰ ਕਰਨ ਵਾਲਾ ਕੋਈ ਟਾਸਕ ਆ। ਨਥਿੰਗ, ਹੀ ਇਜ਼ ਔਰ ਸ਼ੀ ਇਜ਼ ਟੋਟਲੀ ਲੋਸਟ ਇਨ ਜਸਟ ਦੈਟ ਸਕਰੀਨ। ਹੁਣ ਆ ਜਿਹੜੀ ਹਾਲਤ ਆ, ਇਹ ਹੈ ਟਾਕਿਮ ਕੂੰਜੜੀਆਂ। ਇਸ ਕੂੰਜ ਨੂੰ ਵਾਪਸ ਲੈ ਕੇ ਆ ਨਾ। ਬੰਦਾ ਤੇ ਪ੍ਰੈਜ਼ੈਂਟ ਹੀ ਨਹੀਂ ਹੈਗਾ ਕਿਸੇ ਸਿਚੁਏਸ਼ਨ ਦੇ ਵਿੱਚ ਵੀ। ਸੋ ਇਸ ਹਾਲਤ ਵਿੱਚ ਰੱਬ ਸਾਹਮਣੇ ਵੀ ਹੋਏ, ਉਹ ਆ ਕੇ ਆਵਾਜ਼ ਵੀ ਦਏ
ਬੱਚੇ ਮੈਂ ਮਿਲਣਾ ਆ ਤੈਨੂੰ, ਬੱਚਾ ਤੇ ਹੈ ਹੀ ਨਹੀਂ ਉੱਤੇ। ਬੱਚੇ ਨੂੰ ਤਾਂ ਘਰ ਦੇ ਵਿੱਚ ਮਾਂ ਬਾਪ ਨਹੀਂ ਦਿਸ ਰਹੇ, ਬੱਚੇ ਨੂੰ ਤਾਂ ਘਰ ਐਕਚੁਅਲੀ ਵੀ ਆਰ ਮਿਸਿੰਗ ਆਲ ਦੀਸ ਥਿੰਗਸ, ਵੀ ਆਰ ਮਿਸਿੰਗ ਰੀਅਲ ਲਾਈਫ। ਇਸੇ ਕਰਕੇ ਦਾਨਸ਼ਮੰਦਾਂ ਨੇ ਬੜੇ ਬੜੇ ਇਹੋ ਜਿਹੇ ਵਾਕ ਲਿਖੇ ਕਿ ਵੀ ਹੈਵ ਟੂ ਡਿਸਟਿੰਗੁਇਸ਼ ਬਿਟਵੀਨ ਰੀਅਲ ਲਾਈਫ ਐਂਡ ਰੀਲ ਲਾਈਫ। ਰੀਲ ਲਾਈਫ ਹੈ ਜਿਹੜੀ ਰੀਲ ਚੱਲਦੀ ਹੈ, ਟੀਵੀ ਚੱਲ ਰਿਹਾ, ਸਕਰੀਨ ਚੱਲ ਰਹੀ ਹੈ ਸਾਰੀ, ਉਹ ਇਤਨੀ ਮਿਸਮਰਾਈਜ਼ ਕਰ ਦਿੰਦੀ, ਇਤਨੀ ਤਿਲਿਸਮਕਾਰੀ ਹੈ ਉਹਦੇ 'ਚ, ਬੰਦਾ ਉਹਦੇ 'ਚ ਹੀ ਲੋਸਟ ਹੋ ਗਿਆ ਸਾਰੇ ਸਾਰਾ। ਅੱਜ ਲੋਕੀ ਜ਼ਿੰਦਗੀ ਦੇਖੋ ਕੈਸੀ ਜੀ ਰਹੇ ਨੇ। ਸੌਰੀ ਟੂ ਸੇ, ਬਾਤ ਬਾਈ ਚਾਂਸ ਮੇਰੇ ਜ਼ੁਬਾਨ ਤੇ ਆ ਗਈ, ਮੈਂ ਕਹਿ ਕੇ ਵਾਈਂਡ ਅਪ ਕਰ ਦਿੰਦਾ। ਆਲਮੋਸਟ ਐਵਰੀ ਡੇ ਵੀ ਆਰ ਅਟੈਂਡਿੰਗ 1, 2, 3 weddings over here. And from last few years, what I am witnessing is totally madness. ਮਾਫੀ ਮੰਗਾਂਗਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਸ ਕਿਸੇ ਨੂੰ, if anyone actually taking it otherwise, that's their own actually issue, I'm not saying it. But as a Guru Sahib's Sikh, I'm totally requesting toward everyone, every Sikh believer, ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਪਤਾ, ਤੁਹਾਨੂੰ ਗੁਰਬਾਣੀ ਦਾ ਨਹੀਂ ਪਤਾ, ਤੁਹਾਨੂੰ ਗੁਰਦੁਆਰੇ ਦੀ ਅਹਿਮੀਅਤ ਦਾ ਨਹੀਂ ਪਤਾ, don't do programs over here, please. ਵਿਆਹ ਕੋਰਟ 'ਚ ਵੀ ਤੇ ਹੋ ਹੀ ਜਾਂਦੇ ਨੇ, ਕਰਾ ਲਓ ਉੱਥੇ ਜਾ ਕੇ। ਜੇ ਤੁਹਾਨੂੰ ਇਹ ਨਹੀਂ ਪਤਾ ਵੀ ਗੁਰਦੁਆਰੇ ਆਉਣਾ ਕਿਵੇਂ ਹੈ, ਵਾਈ ਵੀ ਆਰ ਕਮਿੰਗ ਇਨ ਗੁਰਦੁਆਰਾ, ਵਟ ਇਜ਼ ਆਵਰ ਐਕਚੁਅਲੀ ਹਾਊ ਟੂ ਪੇ ਰਿਸਪੈਕਟ ਟੂ ਗੁਰੂ, we are not able to understand what these activities are happening over here. Real life जी जा रही है, real life. ट्रैक्टर आ रहे ने, वेडिंग प्लानर्स ने, कैमरा पीपल ने, जस्ट शो बन रहा पूरा का पूरा, अगे पिछे मजमेकारी हो रही। They don't know Ardas is happening, Hukamnama is happening, someone is actually reciting a part, who care? ਐਂਡ ਸੌਰੀ, ਮੈਨੂੰ ਵੀ 12 ਸਾਲ ਹੋ ਗਏ ਫੈਮਿਲੀ ਕਾਉਂਸਲਿੰਗ ਕਰਦਿਆਂ। ਨਾ ਐਕਚੁਅਲੀ ਮੈਂ ਇੰਨਾ ਜ਼ਿਆਦਾ ਨਹੀਂ ਕਰਦਾ, ਕਾਫੀ ਇਨਵੋਲਵ ਰਿਹਾ। ਪ੍ਰੀ ਮੈਰਿਟਲ ਕਾਉਂਸਲਿੰਗ ਕੀਤੀ, ਮੈਰਿਜ ਕਾਉਂਸਲਿੰਗ, ਸਾਰਾ ਕੁਛ ਕੀਤਾ। ਆਈ ਹੈਵ ਸੀਨ ਐਡੀਆਂ ਐਡੀਆਂ ਫੈਟ ਵੈਡਿੰਗਸ ਹੁੰਦੀਆਂ, 2-2, 4-4 ਲੱਖ ਡਾਲਰ ਲੋਕੀ ਹਵਾ ਵਾਂਗੂ ਫੂਕ ਦਿੰਦੇ ਤੇ 6 ਮਹੀਨੇ ਨਹੀਂ ਵਿਆਹ ਕੱਢਦਾ। ਬਲੈਕ ਐਂਡ ਵਾਈਟ 'ਚ ਡਾਟਾ ਪਿਆ ਸਾਡੇ ਕੋਲ। ਲੋਕੀ, ਮੈਂ ਇਹੋ ਜਿਹੇ ਲੋਕ ਵੀ ਦੇਖੇ ਜਿਹੜੇ ਪ੍ਰੈਕਟਿਸ ਕਰ ਰਹੇ ਨੇ 3-3 ਮਹੀਨੇ ਪਹਿਲਾਂ, ਸਲੋ ਡਾਂਸ ਦੀ, ਐਂਟਰੀ ਦੀ, ਫਲਾਣੀ ਚੀਜ਼ ਦੀ, all these things are happening, and even marriage itself is not happening for 6 months. Totally lost. Two individuals are just playing a role as a hero or heroine in a movie, and that is marriage. Crazy ho, glamour show ਕਰ ਰਹੇ ਹੋ ਇੱਥੇ ਆ ਕੇ। Please, this is Gurdwara. Baba Ji is giving some kind of message, and that message is actually full with blessings. I already told. You can take otherwise, it's okay, but that is reality. ਸਮਾਂ ਪੂਰਾ ਹੋ ਗਿਆ ਹੈ, ਰਹਿੰਦੇ ਸ਼ਬਦ ਦੀ ਵਿਵੇਚਨਾ ਹੁੰਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਿਓ। ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।